ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ, ਜੋ ਜਪਜੀ ਸਾਹਿਬ ਜੀ ਦਾ ਆਖਰੀ ਸ਼ਲੋਕ ਹੈ। ਇਸ ਤੋਂ ਪਹਿਲਾਂ ਆਪਾਂ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਦੀ ਕਥਾ ਸਰਵਣ ਕੀਤੀ। ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ, ਜੈ ਭੇਜੇ ਤਹ ਜਾਵਾਂ। ਸਭ ਨਗਰੀ ਮਹਿ ਏਕੋ ਰਾਜਾ, ਸਭੈ ਪਵਿੱਤ ਹੈ ਥਾਵਾਂ। ਤੋ ਜਿਵੇਂ ਜਿਵੇਂ ਉਹ ਸਤਿਗੁਰੂ ਅਕਾਲ ਪੁਰਖ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦਾ ਹੈ, ਆਪਾਂ ਉਸ ਨੂੰ ਸਰਵਣ ਕਰਦੇ ਹਾਂ। ਜਿਵੇਂ ਉਹ ਬੁਲਾਉਂਦਾ ਹੈ, ਜੀਵ ਬੋਲਦਾ ਹੈ, ਜੋ ਬਖਸ਼ਦਾ ਇਹਨੂੰ ਪ੍ਰਾਪਤ ਹੁੰਦਾ ਹੈ। ਤੋ ਆਪ ਜੀ ਨੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਦਾ ਪਾਠ ਸਰਵਣ ਕੀਤਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰ ਚਰਚਾ ਸਿੱਧਾਂ ਦੇ ਨਾਲ ਚੱਲ ਰਹੀ ਸੀ। ਸਿੱਧਾਂ ਨੇ ਪ੍ਰਸ਼ਨ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੂੰ ਅਗਲਾ ਕਿ ਮਹਾਰਾਜ ਅਸੀਂ ਜਗਤ ਵਿੱਚ ਜਨਮ ਲੈ ਕੇ ਵਿਚਰਦੇ ਹਾਂ, ਇਹ ਠੀਕ ਹੈ ਕਿ ਇਸ ਜੀਵ ਦਾ ਕੋਈ ਗੁਰੂ, ਕੋਈ ਮਾਤਾ ਪਿਤਾ, ਕੋਈ ਦਾਈ ਦਾਇਆ ਵੀ ਹੈ ਜਿਵੇਂ ਸੰਸਾਰ ਵਿੱਚ ਹੁੰਦਾ। ਤਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ 38 ਪੌੜੀਆਂ ਤੋਂ ਬਾਅਦ। ਸ਼ਲੋਕ ਸ਼ਬਦ ਦੇ ਵੀ ਬਹੁਤ ਅਰਥ ਹਨ। ਜਿਵੇਂ ਸ਼ਲੋਕ ਇੱਕ ਛੰਦ ਦਾ ਨਾਮ ਵੀ ਹੈ। ਕਿਸੇ ਸ਼ਬਦ ਦਾ ਨਾਮ ਦੋਹਰਾ ਹੁੰਦਾ ਹੈ, ਕਿਸੇ ਦਾ ਨਾਮ ਪੌੜੀ ਹੁੰਦਾ ਹੈ, ਕਿਸੇ ਦਾ ਨਾਮ ਮਹੱਲਾ ਹੁੰਦਾ ਹੈ। ਇਹ ਹੈ ਸ਼ਬਦ ਸ਼ਲੋਕ। ਸ਼ਲੋਕ ਦਾ ਅਰਥ ਹੈ ਸਵੈ ਦੇ ਵਿੱਚੋਂ ਲੋ ਗਿਆਨ ਪ੍ਰਕਾਸ਼ ਨੂੰ ਪ੍ਰਗਟ ਕਰਨ ਵਾਲਾ। ਸ਼ਲੋਕ ਉਹ ਸ਼ਬਦ ਜੋ ਆਪਣੇ ਰਾਹੀਂ ਦੁਨੀਆ ਨੂੰ ਗਿਆਨ ਦਿੰਦਾ ਹੈ। ਸ਼ਲੋਕ ਘੱਟ ਤੋਂ ਘੱਟ 2 ਸਤਰਾਂ ਔਰ ਵੱਧ ਤੋਂ ਵੱਧ ਇਹ
26 ਪੰਕਤੀਆਂ ਤੱਕ ਵੀ ਚਲਿਆ ਜਾਂਦਾ ਹੈ। ਜਿਸ ਤਰ੍ਹਾਂ ਗੁਰੂ ਪਿਆਰਿਓ ਇੱਕ ਸ਼ਲੋਕ ਹੈ 26 ਪੰਕਤੀਆਂ ਦਾ ਬਾਣੀ ਦੇ ਵਿੱਚ, ਉਹ ਵੀ ਸ਼ਲੋਕ ਹੈ। ਮਾਸ ਮਾਸ ਕਰ ਮੂਰਖ ਝਗੜੈ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੈ, ਕਿਸਮੈ ਪਾਪ ਸਮਾਣੈ। ਉਹਦਾ ਮਤਲਬ ਵੀ ਸ਼ਲੋਕ ਹੈ। ਤੇ ਸ਼ਲੋਕ ਦਾ ਇੱਕ ਅਰਥ ਮੁਕਤੀ ਵੀ ਹੈ। ਇਹ ਮੁਕਤੀ ਕੀ ਹੈ? ਸ਼ਲੋਕ ਮੁਕਤੀ ਦਾ ਮਤਲਬ ਹੈ ਸਵੈ ਦੇ ਲੋਕ ਵਿੱਚ ਚਲੇ ਜਾਣਾ। ਇਹਨੂੰ ਸ਼ਲੋਕਿਆ ਮੁਕਤੀ ਵੀ ਕਹਿੰਦੇ ਹੈ। ਤਾਂ ਸਵੈ ਦੇ ਵਿੱਚ ਮਿਲ ਜਾਣਾ ਸਾਡੀ ਸੁਰਤ ਦਾ। ਹੁਣ ਸਾਡੀ ਬੰਧਨ ਕੀ ਆ? ਬੰਧਨ ਵੀ ਸੂਖਮ ਹੈ ਤੇ ਮੁਕਤੀ ਵੀ ਸੂਖਮ ਹੈ। ਬੰਧਨ ਹਨ ਮੋਹ, ਬੱਚਿਆਂ ਦਾ ਮੋਹ, ਸੰਪਤੀ ਦਾ ਮੋਹ, ਗੱਡੀਆਂ ਮੋਟਰਾਂ, ਜ਼ਮੀਨਾਂ ਜਾਇਦਾਦਾਂ ਦਾ ਮੋਹ ਮਮਤਾ, ਉਹਨਾਂ ਦਾ ਹੰਕਾਰ, ਕਾਮ ਵਾਸ਼ਨਾ, ਇਹ ਸਾਰੇ ਬੰਧਨ ਹਨ ਜੀਵ ਨੂੰ। ਜੀਵ ਦੂਜੇ ਨਾਲ ਜੁੜਿਆ ਹੋਇਆ। ਜਦੋਂ ਇਹਨਾਂ ਨੂੰ ਛੱਡ ਕੇ ਸਵੈ ਦੇ ਵਿੱਚ ਜਾਂਦਾ ਹੈ ਤੇ ਉਹ ਹੈ ਸਲੋਕ। ਸਵੈ ਦੇ ਲੋਕ ਵਿੱਚ ਜਾਣਾ ਭਾਵ ਆਪਣੇ ਆਪੇ ਵਿੱਚ ਸਮਾ ਜਾਣਾ, ਨਿਜ ਸਰੂਪ ਨਾਲ ਜੁੜ ਜਾਣਾ। ਇਹਨੂੰ ਸ਼ਲੋਕਿਆ ਮੁਕਤੀ ਕਹਿੰਦੇ ਆ। ਸ਼ਲੋਕਿਆ ਮੁਕਤੀ ਦਾ ਮਤਲਬ ਹੈ ਕਿ ਜਦੋਂ ਇਹ ਅਭਿਆਸ ਕੋਈ ਮਨੁੱਖ ਕਰਦਾ ਹੈ, ਕੋਈ ਗੁਰਮੁਖ, ਕੋਈ ਭਗਤ, ਜਦੋਂ ਇਹ ਅਭਿਆਸ ਕਰਦਾ ਹੈ ਨਾ, ਤਾਂ ਸਰੀਰ ਨੂੰ ਛੱਡਣ ਵੇਲੇ ਉਹ ਕਿਸੇ ਵੀ ਚੱਕਰ 'ਚ ਨਹੀਂ ਆਉਂਦਾ ਗਾ। ਕਿਉਂਕਿ ਅੰਤ ਵੇਲੇ ਜਦੋਂ ਮਨੁੱਖ ਦੇ ਅੰਦਰ ਕੋਈ ਫੁਰਨਾ ਬਣਦਾ ਹੈ, ਉਹ ਫੁਰਨਾ ਹੀ ਇਸ ਨੂੰ ਕਿਸੇ ਅਗਲੇ ਜਨਮ 'ਚ ਲੈ ਕੇ ਜਾਂਦਾ ਹੈ। ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਅਵਤਰੇ, ਅਰੀ ਬਾਈ ਗੋਬਿੰਦ ਨਾ ਮਤ ਵਿਸਰੇ। ਅੰਤ ਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸੋਕਰ ਜੋਨ ਬਲ ਬਲ ਅਵਤਰੇ। ਇੱਕ ਸ਼ਲੋਕਿਆ ਮੁਕਤੀ ਹੈ, ਇੱਕ ਸਮੀਪਤਾ ਮੁਕਤੀ ਹੈ। ਸਮੀਪਤਾ ਮੁਕਤੀ ਹੈ ਗੁਰੂ ਦੇ ਕੋਲ ਬੈਠ ਜਾਣਾ ਜਾ ਕੇ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਨੂੰ ਆਪਣੀਆਂ ਪਿਛਲੀ ਕਈ ਕੁਲਾਂ ਦੇ ਬਜ਼ੁਰਗ ਪਰਮੇਸ਼ਰ ਦੇ ਸੱਚਖੰਡ ਵਿੱਚ ਬੈਠੇ ਦਿਖਾਏ। ਉਹ ਸਮੀਪਿਆ ਮੁਕਤੀ ਹੈ, ਗੁਰੂ ਦੇ ਕੋਲ ਬੈਠਣ ਲੱਗ ਜਾਣਾ। ਆਪ ਜੀ ਵੀ ਸਮੀਪਿਆ ਮੁਕਤੀ ਵਿੱਚ ਬੈਠੇ ਹੋ। ਰੋਜ਼ਾਨਾ ਘਰ ਦੇ ਧੰਦਿਆਂ 'ਚੋਂ ਕੁਝ ਸਮਾਂ ਧਿਆਨ ਕੱਢ ਕੇ, ਮੋਹ ਮਮਤਾ 'ਚੋਂ ਨਿਕਲ ਕੇ ਆਪਾਂ ਗੁਰੂ ਕੋਲ ਆ ਕੇ ਬਹਿੰਦੇ ਹਾਂ। ਇਹ ਸਾਡੀ ਸਮੀਪਿਆ ਮੁਕਤੀ ਹੈ। ਔਰ ਇਹ ਮੁਕਤੀ ਭਗਤ ਨਾਮਦੇਵ ਜੀ ਨੂੰ ਵੀ ਪ੍ਰਾਪਤ ਹੋਈ, ਜਿਸ ਵੇਲੇ ਉਹਨਾਂ ਨੂੰ ਮੰਦਰ ਦੇ ਵਿੱਚੋਂ ਬਾਹਰ ਕੱਢਿਆ ਗਿਆ। ਬ੍ਰਾਹਮਣਾਂ ਵੱਲੋਂ ਬਾਹੋਂ ਫੜ ਕੇ ਬਾਹਰ ਕੱਢਤਾ, ਤੂੰ ਸ਼ੂਦਰ ਹੈ, ਬਾਹਰ ਚੱਲ। ਉਹ ਨੇੜੇ ਬੈਠੇ ਸੀ, ਕ੍ਰਿਸ਼ਨ ਜੀ ਨੂੰ ਪੂਜਦੇ ਹਨ, ਮੰਨਦੇ ਹਨ, ਉਹਨਾਂ ਦੀ ਆਰਾਧਨਾ ਕਰਦੇ। ਚਲੋ, ਉਹਨਾਂ ਦਾ ਉਹੀ ਇਸ਼ਟ ਦੇਵ ਹੈ। ਜਦੋਂ ਉਹਨਾਂ ਨੂੰ ਬਾਹੋਂ ਫੜ ਕੇ ਬਾਹਰ ਕੱਢ ਕੇ ਬਿਠਾ ਦਿੱਤਾ ਤੇ ਪਿਛਲੇ ਪਾਸੇ ਬੈਠ ਕੇ ਕਹਿੰਦੇ ਹੈ, ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਯਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਵੀ ਇੰਨੀ ਮਾੜੀ ਜਾਤ ਸੀ ਤੇ ਮੈਨੂੰ ਫਿਰ ਛੀਂਬੇ ਦੀ ਜੂਨ ਕਿਉਂ ਦਿੱਤੀ। ਤੇ ਪਰਮੇਸ਼ਰ ਨੇ ਫਿਰ ਉੱਥੇ ਐਸੀ ਘਟਨਾ ਘਟਾਈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁੱਖ ਲਾਇਆ। ਉਹਨਾਂ ਹੰਕਾਰੀਆਂ ਨੂੰ ਪਿੱਛੇ ਕਰਤਾ ਤੇ ਨਾਮਦੇਵ ਜੀ ਨੂੰ ਨੇੜੇ ਕਰ ਲਿਆ, ਸਾਹਮਣੇ ਕਰ ਲਿਆ। ਉਹਨਾਂ ਨੂੰ ਸਤਿਗੁਰ ਦੀ ਇਸ਼ਟ ਦੇਵ ਦੀ ਸਮੀਪਿਆ ਮੁਕਤੀ ਪ੍ਰਾਪਤ ਹੋ ਚੁੱਕੀ ਸੀ। ਜਿਉਂਦੇ ਜੀ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇੜ ਕਹਿਤ ਹੈ। ਇਹ ਬ੍ਰਾਹਮਣ ਮੈਨੂੰ ਢੇੜ ਸ਼ੂਦਰ ਕਹਿੰਦੇ ਨਾ, ਤੇਰੀ ਪੈਜ ਪਛਾਉਂਦੀ ਹੋਏ ਲਾ।
फिर परमेश्वर ने भगत नूं समीपिया, मुक्ति मुताबक अपने नेड़े कर लिया और उन्हां नूं पिछे कर दिता। तो खैर आपां अगे चलीए। श्लोक 2-2 पंक्तियां दी भी है। 9वें पातशाह जी दे भोग दे श्लोक है जिहड़े वो 2-2 पंक्तियां दे भी है। 2 पंक्तियां तो लैके 26 पंक्तियां तक का श्लोक हो सकता है। खैर आपां ने श्लोक किया जपजी साहिब जी का सरवण। सिद्धा ने प्रश्न किया, महाराज फिर ये जीव का जिहड़ा सूखम दा शरीर का तो माँ प्यो हैगा ही है ना, साडा माँ प्यो भी है, दाई दाया भी है, पर सिद्ध पुछ रहे हैं सूखमता की गल, ये जीव की गल बई ये जिहड़ा साडा जीव आत्मा है इसका भी कोई माँ प्यो है, कोई इसका दाई दाया है, कोई इसका सानू दसना करो गुरु है कि नहीं है। धन गुरु नानक देव महाराज जी कहते हाँ है क्यों नहीं। ये चेतन जीव भी चेतन है, इहदा गुरु भी चेतन है। वो चेतन कौन है महाराज? कहते वो है पवन गुरु। इस ब्रह्म का गुरु है पवन। हुण तुसी कहोगे भी हवा किवें गुरु हुई? पहली गल तां हवा ही सानू सब तो पहला मिली है। जे माँ के पेट चों शरीर की गल करिए आपां, जदों साडे शरीर की बनतर आरंभ हुई सब तो पहला माँ दे उदर विच जदों बच्चे की पैदाइश आरंभ हुई, इहदी बनतर शुरू हुई, तो सब तो पहला इसनूं माँ दे एक अंदर एक वाधू नाड़ रखी है परमेश्वर ने। वो नाड़ूए दे नाल वो जीव जुड़ जाता है, फिर उत्थों इसनूं हवा मिलती है, सवास मिलता है माँ दे अंदरों। ते फूड भोजन जिहड़ा है वो भी तैयार पर तैयार खून मिलता है, खांदी माँ है। ते माँ दे उस नाड़ूए राही बच्चे दे अंदर खून अते सवास की क्रिया जानी शुरू हो जाती है, जिस तो फिर नाभि तो शुरू होंदा सारा कुछ। नाभि नाल ही बच्चा जुड़िया हुंदा है। फिर नाभि दे 4 छपेरे लत्तां, हथ, पैर, बाहां, सिर आदि ये सारा कुछ कंप्लीट हो जाता है, बन जाता है। तो सब तो पहला तो सवास साडा गुरु है। सवास बिना 1 मिनट भी नहीं जिउ सकते आपां। तो जदों बच्चे का जन्म होया तो माँ के नालों इनू वख किया गया, जिस वेले नाड़ूआ कट करके उधरों तो सवास आना बच्चे नू बंद हो गया। फिर डॉक्टरां ने नर्सां ने बच्चे नू रवाया, नवा धवा के साफ करके उहदा मूँह साफ करके, नक साफ करके, ज्ञान इंद्रे सारे ये केंद्र साफ करके नवा धवा के फिर उसनूं दोबारा सवास क्रिया आरंभ करने वास्ते कुछ मिनटां दे विच ही उसनूं रवाया जाता है। उहदी ढूई ते हथ मार के उहनूं रवाया जाता है। जदों रो पैंदा है फिर सवास क्रिया नक राही शुरू हो जाती है। जिहड़ा 1 गिठ 10 उंगलां सवास बच्चे दे अंदर धुन्नी तो लैके गले तक, छाती तक नाड़ फिट हो गई। इहदे विच जिहनूं कुंडलनी कहंदे है, कुंडलनी सुरजी सतसंगत आत्म रंग चलूल भया। उहदे विच एक गिठ ते 10 उंगलां सवास रोक दिता पक्के तौर पर महाराज ने, गंढ बन दिती। फिर बाहरों सवास लैंदा नवा आक्सीजन वो अंदर जाता है, उहदे विचों लोड़ मुताबक हिस्सा कढ़ लिया जाता है। बचिया होया फोकड़ कार्बन डाइऑक्साइड वो चक के बाहर मारदा है। यही काम साडे इंजन की टस करदी है। कहो सतनाम श्री। थोड़ा इंजन है, चाहे वह गड्डी का इंजन है, चाहे साडा वो पुराना पट्ठे कुतन वाला इंजन है, तो यही काम जिहड़ा साडे अंदर साडा वो 1 गिठ 10 उंगलां सवास करदा है, तो यही काम उहदे विच भी है। क्योंकि मनुख ने जो बनाया यह शरीर नूं देख के ही बनाया। जे हवाई जहाज बनाया तो पंछी नूं देख के बनाया।
खैर ये पवन गुरु है, पर इत्थे गल नहीं खड़ गई। पवन गुरु की हरेक नूं ना समझ आवे, पवन तो ही शब्द बनता है जो आपां बोल रहे हैं मूँह दे विचों। ये शब्द तां ही बन रहा जे साडे अंदरों पवन है मुढ़ मूल। ते जिद्दण हो गया समा समाप्त, अंदरों गंढ खुल जानी है, एक गिट 10 ਉਂਗਲਾਂ सवास निकल जाना विचों। ते फिर भावें कोई महीना ऑक्सीजन लाई रखे, शरीर नहीं चलूगा मुड़ के। कहो सतनाम शरीर। परमेश्वर ने वो टासी चक दी है, तो जिन्ना चिर इंजन की टस बंद ना की जाए उन्ना चिर वो चलता रहिंदा। जो टस नूं पासे कर दो हवा निकल जाती है, तो मुड़ के नहीं चलता जिन्ने मर्जी गेड़े दे लिए। यही चीज़ ये विच है। जिदन हो गया समा समाप्त, परमेश्वर ने वो रस्ता खोल देना, आर पार कर देना, गंढ खोल देनी है, अंदरला सवास बाहर निकल जाना। फिर ना किसी ने सवास बाहरों खिंचना ना धक्कना, शरीर ने मुर्दा हो जाना, जीव आत्मा ने निकल जाना। इस करके जीव का गुरु है पवन। इत्थे गल नहीं, सब तो पहला कहते अकाल पुरख जी कल्ले ही बैठे सी, जिसनों मारू राग विच लिखिया अरबद नरब धुंधु कारा, धन न गगना हुक्म अपारा, ना दिन रैन न चंद न सूरज, सुन समाध लगाए दा। खानी न बाणी पाउन न पानी, कुछ भी नहीं सीगा। कहते उस दे अंदर एक फुरना पैदा होया परमेश्वर दे, बई मेरे वर्गे होर भी होण। तुसी भी अज तक जो बनाया है, बचपन तो लैके अज तक की उम्र तक जो बनाया फुरने नाल ही बनाया। तो जदों असीं अफुर अवस्था में चले जावांगे तो आपदे घरे चले जावांगे, फुरना चक्कांगे तो दुनिया दे विच विचरदे रहांगे। ये फुरना ही सानू तोरी फिरदा। कहते परमेश्वर के अंदर भी एक फुरना पैदा होया भी मेरे वर्गे होण भी होण। ते उस दे अंदरों एक फुरने दे नाल ही आवाज़ निकली, हो जा। इस आवाज़ नूं अलग अलग लोगों ने सुनिया ते उन्होंने अलग अलग नाम रख ले इस दे। बाबा जी कहते हैं कीता पसाओ एको कवाओ, तिसते होए लख दरियाओ। उस परमेश्वर ने ये जिन्ना पसारा किया एक कवाओ एक शब्द नाल ही करता। शब्दे धरती शब्दे आकाश, शब्दे शब्द भया प्रकाश। सगल समागरी शब्द के पाछै, नानक शब्द घटै घटे आछै। कबीर साहब जी कहते शब्द को चीन भाई, शब्द को खोज भाई, शब्द के चानने एक वस्त पाई। एक होर थां बाणी विच कहते शब्द ना जाने से अन्ने बोले, से कित आए संसारा। जिन्हां ने शब्द की अहमियत नूं, शब्द के बैकग्राउंड नूं, शब्द के पिछोकड़ नूं, ये शब्द कित्थों आया है इस नूं नहीं समझिया। कहंदे वो अन्ने बोले आ, उन्होंने कख भी नहीं जानिया। शब्द न जाने से अन्ने बोले, से कित आए संसारा। शब्द को चीन भाई, शब्द को खोज भाई, शब्द के चानने एक वस्त पाई। दसा ही गुरुआं ने एक ओंकार तो लैके 18, 10, 20 तक शब्द की महिमा की है। सिखो शब्द प्यारे हो, जन्म मरण की टेक, तुहाडे जन्म का कारण भी शब्द है। मौत वेले तक भी ये शब्द नाल जुड़ जाओ तो ये शब्द तुहानूं घरे भी ले जा सकता है। जे संसारी शब्द चकोगे फिर जिथों का चकोगे उत्थे जन्म धारण करोगे। इस करके की होया जब परमेश्वर ने कहा हो जा। मुसलमानी मत कुरान विच लिखिया है, अल्लाह पाक ने की कहा, कुन हूँ कून, कुदरती बन जा, आपे बन जा। कई बारी आपां कोई काम हो जाए या बन जाए तो आपां उहनूं कह दिंदे आ कि तां कुदरती हो गया, भाव उहदे पिछोकड़ दा पता नहीं किवें होया, परमेश्वर ने करता, वो कुदरती उहनूं कहंदे आ। ये सृष्टि भी कुदरती बनी आ। जब परमेश्वर ने सलाह की
तो अल्लाह पाक ने, कुदरत ने, परमेश्वर ने कहा कुन हो कौन, बन जा, आप ही बन जा। तो बनिया। फिर बन वास्ते जिहड़ा कच्चा माल वो कित्थों आया? जद परमेश्वर बोलिया उहदे विचों हवा पैदा हुई। ये बचन सारे जो आपां साझे कर रहे हैं ये बाणी दे विच लिखे हुए आ। साचे ते पवना भया, पवना ते जल होए। जदों अकाल पुरख बोलिया तो उस तो हवा निकली, ते हवा तो शब्द बने आ। जिन्ने भी आपां बोलते हैं अपने मूँह चों हवा निकलती है, फेफड़ियां चों अज भी। उस वेले पहली बार परमेश्वर तो हवा पैदा हुई। असी सीधा समझ लिया बाबे नानक जी की कृपा सदका पवन गुरु है, ते मुसलमाना ने इसे नूं बाबा आदम ते अम्मा हवा कहता। कहो सतनाम श्री। उन्होंने हवा नूं अम्मा हवा कहता, बाबा आदम कहता। बाबा भाव दम सवास ते की चो पैदा होया? अम्मा हवा चो। जिहड़ा साडा सवास का पीस है, टोटा है, ये भी तो हवा का हिस्सा ही है। ये मुसलमाना का ख्याल है। अर्थ इन्हां दोनों के इक्को ही निकलणगे। जिहड़ी ब्रह्म ज्ञानियां की गल होना, वो ब्रह्म ज्ञानी किते भी पैदा होया होवे, चाहे वो हिंदुआं विच, चाहे मुसलमानां विच, चाहे सिखां विच, चाहे ईसाइयां दे विच, ब्रह्म ज्ञानियां दे बचनां दा अर्थ इक्को ही निकलूगा, किते भी पैदा होए। क्योंकि ब्रह्म ज्ञानी एक नाल जुड़िया हुंदा। बच्चे नूं फड़ के रखो। तां गुरु प्यारिओ, हुण की होया? साचे ते पवना पया, अकाल पुरख तो हवा निकली। जिहड़ी हवा निकली उस वेले एक शब्द पैदा होया सीगा, हो जा। कुन हो कौन, कुदरती हो जा, आपे हो जा। ते होना शुरू हो गया। हवा निकली, हवा ठंडी होके पानी बन गया। सतगुर ने कहा पवन गुरु। पहला हवा बनी, शब्द गुरु बनिया। फिर बची हुई हवा जिहड़ी सी वो ठंडी होके पानी बनिया। ते वो पानी जिहड़ा सीगा फिर धरती ते वरिया। गुरु प्यारिओ, जदों धरती ते वरिया ते इह धरती दे उत्ते धरती ठंडी होनी शुरू हुई। दसदे आ ना, साइंसदान भी कहते आ। साइंसदान इस नूं कहते आ खड़का होया। बाबा नानक कहना शब्द होया। एक तबका है वो कहते लोगोस होया। मुसलमान वीरां ने इहदा नाम ऐत रख लिया। कुरान के शब्दां नूं ऐत कहते आ। पर साइंस नूं समझ नहीं आई भी की होया। वो कहते विस्फोट होया, खड़का होया। को सतनाम श्री। उन्होंने खड़का है, खड़का ही। सतगुर ने जांचिया की आ वो खड़का काहदा सीगा? वो खड़का शब्द दा सी असल में। तो बाबे नानक ने उहदा नाम शब्द रखिया। तो जदों शब्द पैदा होया, ये शब्द तो अगला जिहड़ा पॉइंट है वो है पिता दा। बची हुई हवा जिहड़ी है वो पानी बन गई। ते पानी जो धरती ते भरिया, धरती कहते ठंडी हुई, शांति आई इहनूं। ते इहदे विचों कहते फिर अनेकों तरह के जीव जंतु और घाह फूस पैदा होया। साचे ते पवना भया, पवना ते जल होए। जल ते त्रै भवन साजिया, घट घट जोड़ समोए। ते पानी तो फिर तिन्ने लोक बने। ਜਿਹੜੇ ਵੀਰ ਖੇਤਾਂ ਨੂੰ ਜਾਂਦੇ ਆ, ਖੇਤਾਂ ਵਾਲੇ ਆ, ਖੇਤੀਬਾੜੀ ਕਰਨ ਵਾਲੇ ਆ, ਉਹਨੂੰ ਪਤਾ ਹੋਣਾ ਹੈ ਜਦੋਂ ਤੁਸੀਂ ਖੇਤਾਂ 'ਚੋਂ ਪੱਟ ਕੇ ਕੁਝ ਘਾਹ ਫੂਸ, ਖੱਬਲ ਆਦਿ, ਨਦੀਨ ਫਸਲ 'ਚੋਂ ਪੱਟ ਕੇ ਤੁਸੀਂ ਵੱਟਾਂ 'ਤੇ ਰੱਖ ਦਿੰਦੇ ਹੋ, ਉਹ ਖਾਲੀ ਹੁੰਦਾ। ਉਸ ਵੇਲੇ ਇਕੱਲਾ ਘਾਹ ਫੂਸ ਹੁੰਦਾ ਹੈ। ਜਦੋਂ ਵੱਟਾਂ 'ਤੇ ਪਿਆ ਪਿਆ ਕਈ ਦਿਨ ਉਹ ਗਲਦਾ ਅਤੇ ਉਹਦੇ ਅੰਦਰ ਗਰਮੈਸ਼ ਪੈਦਾ ਹੁੰਦੀ ਆ। ਤੇ ਜਦੋਂ ਅਸੀਂ ਉਹਨੂੰ ਹਿਲਾਉਂਦੇ ਹਾਂ ਤੇ ਉਹਦੇ ਵਿੱਚੋਂ ਅਨੇਕਾਂ ਹੀ ਕੀੜੇ ਮਕੌੜੇ ਉੱਡਦੇ ਆ। ਉਹ ਕਿੱਥੋਂ ਆਏ? ਕਹੋ ਸਤਨਾਮ ਸ੍ਰੀ। ਉਹ ਗਰਮੈਸ਼ ਚੋਂ ਪੈਦਾ ਹੋਏ। तो ਜਿਹੜਾ ਆਂਡਿਆਂ ਵਿੱਚੋਂ ਬੱਚਾ ਪੈਦਾ ਹੋਇਆ ਉੱਥੇ ਵੀ ਪਾਣੀ ਹੈ। ਜੇਰ ਵਿੱਚੋਂ ਮਨੁੱਖ ਤੇ ਪਸ਼ੂ ਦੇ ਬੱਚੇ ਪੈਦਾ ਹੋਏ ਉੱਥੇ ਵੀ ਪਾਣੀ ਹੈ। ਮੁੜਕੇ ਤੋਂ ਜੂਆਂ ਆਦਿ ਪੈਦਾ ਹੁੰਦੀਆਂ ਉੱਥੇ ਵੀ ਪਾਣੀ ਦਾ ਤੱਤ ਹੈ।
ਤੇ ਭਾਫ ਦੇ ਵਿੱਚੋਂ ਵੀ ਜਾਨਵਰ ਪੈਦਾ ਹੋਏ। ਉਹ ਭਾਫ ਉਹਦੇ ਵਿੱਚ ਗਰਮੈਸ਼ ਪੈਦਾ ਹੋਈ ਘਾਹ ਦੇ ਵਿੱਚ ਪੰਡ 'ਚ, ਉੱਥੇ ਵੀ ਪਾਣੀ ਹੈ। ਉੱਥੋਂ ਫਿਰ ਅਨੇਕਾਂ ਤਰ੍ਹਾਂ ਦੇ ਪਤੰਗੇ ਕੀੜੇ ਆਦਿ ਪੈਦਾ ਹੋਏ। ਫਿਰ ਸਮਾਂ ਬੀਤਦਾ ਗਿਆ, ਹਜ਼ਾਰਾਂ ਸਾਲ ਬੀਤਦੇ ਗਏ। ਉਹਨਾਂ ਪਤੰਗਿਆਂ ਤੋਂ ਪੰਛੀ ਬਣੇ ਤੇ ਪੰਛੀਆਂ ਤੋਂ ਚੌਪਾਏ ਬਣ ਗਏ। ਤੇ ਗੁਰੂ ਪਿਆਰਿਓ ਉਹਨਾਂ ਤੋਂ ਅੱਗੇ ਜਾ ਕੇ ਫਿਰ ਪਸ਼ੂ ਬਣ ਗਏ। ਕਿਸੇ ਨੇ ਬਹੁਤੀ ਤਰੱਕੀ ਕੀਤੀ, ਉਹ ਪਸ਼ੂ ਬਣ ਗਏ। ਕਿਸੇ ਵੇਲੇ ਇਹ 2 ਪੈਰਾਂ ਤੁਰਦੇ ਸੀ, 4 ਪੈਰਾਂ ਤੁਰਦੇ ਸੀ, ਤੇ ਜਦ ਸਿੱਧੇ ਹੋ ਕੇ ਤੁਰਨ ਲੱਗੇ ਤੇ ਇਹ ਗੁਰੂ ਪਿਆਰਿਓ ਐਸਾ ਰੂਪ ਆ ਗਿਆ। ਕਿਸੇ ਵੇਲੇ ਇਹ ਮਨੁੱਖ ਆਦੀਵਾਸੀ ਜੰਗਲਾਂ ਵਿੱਚ ਰਹਿੰਦਾ, ਪਸ਼ੂਆਂ ਦੀ ਨਿਆਈ ਤੁਰਦਾ ਸੀ। ਹੌਲੀ ਹੌਲੀ ਤਰੱਕੀ ਕੀਤੀ, ਇਹ ਸਿੱਧਾ ਖੜਨ ਲੱਗ ਪਿਆ। ਪਹਿਲਾਂ ਇਹਦਾ ਵੀ ਮੂੰਹ ਲੰਮਾ ਹੁੰਦਾ ਸੀ। ਪੁਰਾਣਾ ਇਤਿਹਾਸ ਪੜ੍ਹ ਕੇ ਦੇਖੋ, ਜਿਵੇਂ ਪਸ਼ੂਆਂ ਦਾ ਮੂੰਹ, ਮੱਝਾਂ ਦਾ ਮੂੰਹ ਲੰਮਾ ਹੁੰਦਾ ਨਾ ਥੱਲੇ ਨੂੰ, ਪਹਿਲਾਂ ਮਨੁੱਖ ਦਾ ਮੂੰਹ ਵੀ ਥੱਲੇ ਨੂੰ ਲੰਮਾ ਹੁੰਦਾ ਸੀ, ਕਿਉਂਕਿ 4 ਪੈਰਾਂ ਤੁਰਦਾ ਸੀਗਾ। ਜਿਵੇਂ ਜਿਵੇਂ ਖੜਾ ਹੋ ਕੇ ਚੱਲਣ ਲੱਗਿਆ, ਮੂੰਹ ਦੀ ਸ਼ੇਪ ਹੈ ਜਿਹੜੀ ਉਹ ਗੋਲ ਹੁੰਦੀ ਗਈ ਤੇ ਅੱਜ ਦਾ ਮਨੁੱਖ ਬਣ ਗਿਆ। ਇਸ ਤਰ੍ਹਾਂ ਜਿਵੇਂ ਜਿਵੇਂ ਜੀਵ ਨੇ ਤਰੱਕੀ ਕੀਤੀ, ਪਰ ਇਹ ਸਾਰੇ ਜੀਵਾਂ ਦਾ ਬੈਕਗਰਾਉਂਡ ਦੇ ਵਿੱਚ ਗੁਰੂ ਪਵਨ ਹੈ। ਪਵਨ ਗੁਰੂ ਤੇ ਪੈਦਾ ਕਰਨ ਵਾਲਾ ਹੈ ਪਾਣੀ। ਪਵਨ ਗੁਰੂ ਪਾਣੀ ਪਿਤਾ, ਤਾਂ ਸਾਨੂੰ ਪਾਣੀ ਨੇ ਪੈਦਾ ਕੀਤਾ ਹੈ। ਪਾਤਸ਼ਾਹ ਦਾ ਬਚਨ ਹੈ, ਪਾਣੀ ਪਿਤਾ ਹੈ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਦੇ ਵਿੱਚੋਂ ਹੀ ਅਸੀਂ ਪੈਦਾ ਹੋਏ ਤੇ ਪਾਣੀ ਹੀ ਅਸੀਂ ਖਾਂਦੇ ਹਾਂ। ਜਿਤਨੇ ਵੀ ਫਲ ਫਰੂਟ, ਫਸਲਾਂ, ਜਿਨਸਾਂ ਆਦਿ ਜੋ ਆਪਾਂ ਖਾਂਦੇ ਹਾਂ, ਇਹ ਪਾਣੀ ਹੀ ਖਾਂਦੇ ਹਾਂ। ਜਿਸ ਤਰ੍ਹਾਂ ਇੱਕ ਬੱਚਾ ਪਿਤਾ ਦੇ ਕੋਲੋਂ ਪੈਦਾ ਹੋਇਆ ਤੇ ਪਿਤਾ ਹੀ ਉਸ ਨੂੰ ਪਾਲਦਾ ਹੈ। ਘਰ ਦਾ ਮਾਲਕ ਪਿਤਾ ਜਿਹੜਾ ਹੈ, ਉਹ ਬੱਚਿਆਂ ਨੂੰ ਪੈਦਾ ਵੀ ਕਰਦਾ ਹੈ ਤੇ ਉਹਨਾਂ ਦੀ ਪਰਵਰਿਸ਼ ਵੀ ਕਰਦਾ ਹੈ। ਇਸੇ ਤਰ੍ਹਾਂ ਪਾਣੀ ਸਾਡਾ ਪਿਓ ਹੈ। ਉਸ ਪਿਓ ਤੋਂ ਪਹਿਲਾਂ ਪਾਣੀ ਪਿਓ ਹੈ। ਤਾਂ ਇਸ ਕਰਕੇ ਪਵਨ ਦੇ ਵਿੱਚੋਂ ਨਿਕਲਿਆ ਸ਼ਬਦ। ਇਸੇ ਕਰਕੇ ਸਤਿਗੁਰਾਂ ਨੇ ਤਰਜੀਹ ਦਿੱਤੀ ਸ਼ਬਦ ਗੁਰੂ ਨੂੰ। ਜਦ ਸਿੱਧਾ ਨੇ ਪੁੱਛਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿ ਤੁਹਾਡਾ ਗੁਰੂ ਕੌਣ ਹੈ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਪਾਵਨ ਗੁਰੂ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਅਸੀਂ ਤਾਂ ਸਰੀਰ ਨਾਲ ਜੁੜੇ ਹੋਏ ਹਾਂ ਕਿ ਫਲਾਨਾ ਸਰੀਰ ਮੇਰਾ ਗੁਰੂ ਹੈ ਤੇ ਫਲਾਨਾ ਸਰੀਰ ਚੇਲਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਇਦੋਂ ਗਾਂਹ ਦੀ ਸੂਖਮਤਾ ਦੀ ਗੱਲ ਕਰਦੇ ਹੈ ਕਿ ਸਾਡਾ ਗੁਰੂ ਹੈ ਸ਼ਬਦ ਤੇ ਸੁਰਤ ਹੈ ਇਹਦੀ ਚੇਲਾ। ਸੁਰਤ ਨੇ ਸ਼ਬਦ ਨਾਲ ਜੁੜਨਾ ਹੈ, ਨਾ ਕਿ ਕਿਸੇ ਸਰੀਰ ਨੇ ਸਰੀਰ ਨਾਲ ਜੁੜਨਾ ਹੈ। ਸਰੀਰਾਂ ਦੀ ਗੱਲ ਨਹੀਂ ਹੈਗੀ ਇੱਥੇ, ਸੁਰਤ ਤੇ ਸ਼ਬਦ ਦੇ ਮੇਲ ਦੀ ਗੱਲ ਹੈ। ਇਸੇ ਕਰਕੇ ਹੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੂਸਰੇ ਭਾਈ ਗੁਰਦਾਸ ਜੀ ਨੇ, ਦੂਸਰੇ ਭਾਈ ਗੁਰਦਾਸ ਜੀ ਦਾ ਨਾਮ ਗੁਰਦਾਸ ਸਿੰਘ ਹੈ। 40 ਵਾਰਾਂ ਪਹਿਲੇ ਭਾਈ ਗੁਰਦਾਸ ਨੇ ਲਿਖੀਆਂ, 5ਵੇਂ ਪਾਤਸ਼ਾਹ ਜੀ ਦੇ, ਜੋ ਰਿਸ਼ਤੇਦਾਰੀ 'ਚੋਂ ਮਾਮੇ ਵੀ ਲੱਗਦੇ ਸੀ, ਸਿੱਖ ਵੀ ਸੀ ਪਾਤਸ਼ਾਹ ਦੇ। 40 ਵਾਰਾਂ ਭਾਈ ਗੁਰਦਾਸ ਜੀ ਨੇ ਲਿਖੀਆਂ ਤੇ 1 ਵਾਰ ਭਾਈ ਗੁਰਦਾਸ ਸਿੰਘ ਨੇ ਲਿਖੀ ਹੈ। ਔਰ ਉਹ ਲਿਖਦਾ ਹੈ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਵ ਗੁਰੂ ਦੇ ਵਿੱਚ ਹੀ ਸ਼ਬਦ ਵੀ ਹੈ ਤੇ ਗੁਰੂ ਦੇ ਵਿੱਚ ਸੁਰਤ ਵੀ ਹੈ। ਇਹਦੇ ਅੰਦਰ ਹੀ ਸ਼ਬਦ ਹੈ, ਅੰਦਰ ਹੀ ਸੁਰਤ ਹੈ। ਚੇਲਾ ਤੇ ਗੁਰੂ ਦੋਨੇ ਇੱਕੋ ਥਾਂ ਤੇ ਬੈਠੇ ਆ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ, ਗੁਰੂ ਦੀ ਸਤਾ ਪਾ ਕੇ ਹੀ ਸਾਰੇ ਤੱਤਾਂ ਦਾ ਗੁਰੂ ਪ੍ਰਧਾਨ ਪੂਜਨੀਕ ਹੋਇਆ ਇਹ ਹਵਾ। ਹਵਾ ਤੋਂ ਬਗੈਰ 5 ਤੱਤ ਹੀ ਖਿੰਡ ਜਾਣਗੇ। ਜਿੱਦੇ ਸਵਾਸ ਆਉਣਾ ਬੰਦ ਹੋ ਗਿਆ, ਉਦੋਂ 5 ਤੱਤਾਂ ਦਾ ਪੋਤਲਾ ਇਕੱਠਾ ਨਹੀਂ ਰਹਿਣਾਗਾ। 5 ਤੱਤ ਹੀ ਇਹਨੂੰ ਮੰਨਦੇ ਆ, ਸਾਡੇ ਬਾਕੀ ਦੇ 4 ਤੱਤ ਇਹਨੂੰ ਮੰਨਦੇ ਆ। ਇਹ ਤੋਂ ਬਿਨਾਂ ਇਹ ਕੱਖ ਦੇ ਨਹੀਂ। ਅੱਗ ਵੀ ਉਦੋਂ ਮੱਚਦੀ ਹੈ ਜਿੱਥੇ ਹਵਾ ਆਕਸੀਜਨ ਮਿਲਦੀ ਹੋਵੇ। ਤੁਸੀਂ ਦੀਵਾ ਜਗਾ ਕੇ ਉਸ 'ਤੇ ਗਲਾਸ ਰੱਖ ਦਿਓ, ਉਹਦਾ ਮੱਚਣਾ ਬੰਦ ਹੋ ਜਾਊਗਾ, ਕਿਉਂਕਿ ਉਹਨੂੰ ਹਵਾ ਗੁਰੂ ਨਹੀਂ ਮਿਲ ਰਿਹਾ। ਇਸੇ ਤਰ੍ਹਾਂ ਹੀ ਜੀਵ ਜਿਹੜਾ ਹੈ, ਇਸ ਦਾ ਪਵਨ ਗੁਰੂ ਗੁਰ ਸ਼ਬਦ ਹੈ। ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਭਾਈ ਗੁਰਦਾਸ ਜੀ ਨੇ ਬੜਾ ਕਲੀਅਰ ਕਰਤਾ। ਭਾਈ ਗੁਰਦਾਸ ਦੀਆਂ ਵਾਰਾਂ ਤੁਸੀਂ ਪੜ੍ਹੋਗੇ ਨਾ,
ਤਾਂ ਉਹਨਾਂ ਦੇ ਵਿੱਚ ਗੁਰਬਾਣੀ ਨੂੰ ਹੀ ਖੋਲ੍ਹਿਆ ਗਿਆ। ਭਾਈ ਗੁਰਦਾਸ ਜੀ ਜਦੋਂ ਦਿਨੇ ਸਤਿਗੁਰਾਂ ਦੇ ਕੋਲ ਬੈਠ ਕੇ ਬਾਣੀ ਲਿਖਾਉਂਦੇ, ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ, ਭਾਈ ਗੁਰਦਾਸ ਜੀ ਲਿਖਦੇ। ਕਈ ਮਹੀਨੇ ਕੰਮ ਚੱਲਦਾ ਰਿਹਾ ਤੇ ਘਰੇ ਜਾ ਕੇ ਉਹਨਾਂ ਸ਼ਬਦਾਂ ਦਾ ਉਲਥਾ ਆਪਣੀ ਵਾਰਾਂ ਰੂਪੀ ਪੌੜੀ 'ਚ ਕਰਦੇ। ਸਮਾਂ ਬਤੀਤ ਹੁੰਦਾ ਗਿਆ ਤੇ ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਲਿਆਓ, ਤੁਸੀਂ ਵੀ ਕੁਛ ਲਿਖਿਆ ਲੱਗਦਾ, ਉਹਨੂੰ ਵੀ ਬਾਣੀ ਵਿੱਚ ਚੜਾ ਦਈਏ। ਭਾਈ ਗੁਰਦਾਸ ਜੀ ਨਿਮਰਤਾ ਸਹਿਤ ਕਹਿੰਦੇ, ਨਹੀਂ ਮਹਾਰਾਜ, ਮੇਰਾ ਲਿਖਿਆ ਹੋਇਆ ਤੁਹਾਡੇ ਬਰਾਬਰ ਨਹੀਂ ਹੋ ਸਕਦਾਗਾ। ਤੁਹਾਡੀ ਬਾਣੀ ਅਕਾਲੀ ਬਾਣੀ ਹੈ ਮਹਾਰਾਜ, ਅਸੀਂ ਇੱਕ ਮਨੁੱਖ ਹਾਂ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਵਿਖਾਓ ਤਾਂ ਸਹੀ ਕੀ ਲਿਖਿਆ ਹੈ। ਕਹਿੰਦੇ ਉਹਨਾਂ ਨੇ ਆਪਣੀ ਪੋਥੀ ਵਿਖਾਈ। ਜਦ ਸਤਿਗੁਰੂ ਅਰਜਨ ਦੇਵ ਜੀ ਨੇ ਦੇਖੀ ਤੇ ਕੀ ਵੇਖਿਆ, ਜਿਹੜੇ ਸ਼ਬਦ ਉਹਨਾਂ ਨੇ ਬਾਣੀ 'ਚ ਲਿਖੇ ਆ ਉਹਨਾਂ ਨੂੰ ਹੋਰ ਵੀ ਕਲੀਅਰ ਕਰਕੇ ਲਿਖ ਦਿੱਤਾ ਭਾਈ ਗੁਰਦਾਸ ਨੇ ਵਾਰਾਂ ਦੇ ਵਿੱਚ। ਜਿਵੇਂ ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ। ਹੁਣ ਇਸੇ ਵਾਹਿਗੁਰੂ ਦੀ ਕਲੀਅਰਤਾ ਕਰਨ ਵਾਸਤੇ ਲਿਖ ਦਿੱਤਾ, ਪੌਣ ਗੁਰੂ ਗੁਰ ਸ਼ਬਦ ਹੈ। ਹੁਣ ਪਵਨ ਗੁਰੂ ਕੱਲਾ ਹਵਾ ਨੂੰ ਨਾ ਮੰਨੀ ਜਾਇਓ, ਜਿਹੜੀ ਬਾਣੀ ਉਚਾਰਨ ਕੀਤੀ ਆ ਗੱਲ ਇਸ ਦੀ ਆ, ਕਿਉਂਕਿ ਸ਼ਬਦ ਹਵਾ 'ਚੋਂ ਆਏ ਆ, ਇਸ ਕਰਕੇ ਇਹਦਾ ਮੂਲ ਮੁੱਦਾ ਜਿਹੜਾ ਹਵਾ ਹੈ। ਪਰ ਆਖਰ ਇੱਕ ਲੋਹੇ ਦਾ ਪੀਸ ਆ, ਉਹ ਕਿਸੇ ਕੰਮ ਦਾ ਨਹੀਂ। ਉਸੇ ਨੂੰ ਘੜ ਕੇ ਕਿਰਪਾਨ ਬਣਾਈ ਜਾ ਸਕਦੀ ਹੈ, ਉਸੇ ਨੂੰ ਘੜ ਕੇ ਖੰਡਾ ਬਣਾਇਆ ਜਾ ਸਕਦਾ, ਉਹਨੂੰ ਘੜ ਕੇ ਗੱਡੀਆਂ ਮੋਟਰਾਂ ਦੇ ਪੁਰਜੇ ਬਣਾ ਕੇ ਗੱਡੀਆਂ ਚਲਾ ਦਿੱਤੀਆਂ। ਕੱਲਾ ਲੋਹਾ ਤਾਂ ਕਿਸੇ ਕੰਮ ਨਹੀਂ। ਇਸੇ ਤਰ੍ਹਾਂ ਹਵਾ ਨੂੰ ਘੜ ਕੇ ਹਵਾ ਦੇ ਵਿੱਚੋਂ ਸ਼ਬਦ ਨਿਕਲਿਆ, ਉਹ ਸ਼ਬਦ ਸਾਡਾ ਕੰਮ ਸਾਰਦਾ ਅਸਲ ਵਿੱਚ। ਕਹੋ ਸਤਨਾਮ। ਹਵਾ ਤਾਂ ਚੱਲ ਹੀ ਰਹੀ ਹੈ, ਚਾਰ ਚੁਫੇਰੇ ਸਾਡੇ। ਇਸੇ ਹਵਾ ਦੇ ਵਿੱਚ ਸ਼ਬਦ ਸਮਾਇਆ ਹੋਇਆ। ਤਾਂ ਤੇ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਲੀਅਰ ਕਰਤਾ, ਜਿਮੀ ਅਸਮਾਨ ਥੱਲਿਓਂ ਲੈ ਕੇ ਆਕਾਸ਼ ਤੱਕ, ਜਿਮੀ ਅਸਮਾਨ ਕੇ ਸਮਸਤ ਵਿੱਚ ਏਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ, ਨਾ ਘਾਟ ਬਾਦ ਹੋਤ ਹੈ। ਕਹਿੰਦੇ ਜ਼ਮੀਨ ਤੋਂ ਅਸਮਾਨ ਤੱਕ ਇੱਕੋ ਹੀ ਜੋਤ ਕੰਮ ਕਰ ਰਹੀ ਹੈ, ਉਹ ਸ਼ਬਦ ਵਿੱਚ ਸਮਾਈ ਹੋਈ ਹੈ। ਤੇ ਸ਼ਬਦ ਧਰਤੀ ਤੋਂ ਆਕਾਸ਼ਾਂ ਤੱਕ ਕੰਮ ਕਰ ਰਿਹਾ ਹੈ। ਇਸ ਕਰਕੇ ਪੌਣ ਪਵਨ ਗੁਰੂ ਗੁਰ ਸ਼ਬਦ ਹੈ। ਭਾਈ ਗੁਰਦਾਸ ਜੀ ਦੇ ਬਚਨ ਇਹ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਤੇ ਉਹ ਸ਼ਬਦ ਸਤਿਗੁਰਾਂ ਨੇ ਸਾਨੂੰ ਬਣਾ ਕੇ ਦਿੱਤਾ ਵਾਹਿਗੁਰੂ। ਜਦੋਂ ਗੁਰੂ ਪਿਆਰਿਓ ਤੁਸੀਂ ਵਾਹਿਗੁਰੂ ਸ਼ਬਦ ਦੇ ਅਰਥ ਕਰੋਗੇ ਨਾ, ਤਾਂ ਇਹਦਾ ਵੀ ਅਰਥ ਪਵਨ ਗੁਰੂ ਬਣ ਜਾਣਾ ਮੁੜ ਕੇ ਫਿਰ ਵਾਪਸੀ ਤੇ। ਵਾਹ ਹੈ ਗੁਰੂ, ਵਾਹ ਹੀ ਗੁਰੂ ਹੈ, ਵਾਹਿਗੁਰੂ। ਇਸ ਕਰਕੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਫਿਰ ਬਣ ਗਿਆ ਉਸ ਹਵਾ ਤੋਂ ਪਾਣੀ। ਤੇ ਪਾਣੀ ਮਾਂ ਤੇ ਪਿਓ ਦੇ ਅੰਦਰੋਂ ਇਕੱਠਾ ਹੋਇਆ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਾਂ ਦੇ ਖੂਨ ਦੀ ਬੂੰਦ ਅਤੇ ਪਿਓ ਦੀ ਬੂੰਦ, ਇਹਨਾਂ ਦੋਨਾਂ ਨੇ ਮਿਲ ਕੇ ਕੀ ਬਣਾਤਾ, ਮੂਰਤ ਸੂਰਤ ਕਰ ਅਪਾਰਾ। ਇਹ ਸਾਡਾ ਸੁੰਦਰ ਸਰੂਪ, ਸਾਡਾ ਸਰੀਰ ਇਸੇ ਪਾਣੀ ਤੋਂ ਬਣਿਆ। ਕੱਲਾ ਸਾਡਾ ਹੀ ਨਹੀਂ, ਕੀੜੀ ਤੋਂ ਹਾਥੀ ਤੱਕ ਸਭ ਕੁਝ ਪਾਣੀ ਤੋਂ ਹੀ ਬਣਿਆ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਤੋਇਓ ਅੰਨ ਕਮਾਦ ਕਪਾਹਾ, ਤੋਇਓ ਤੈ ਭਵਨ ਗੰਨਾ, ਤੋਆ ਆਖੇ ਹਉਮਦ ਹੱਛਾ, ਤੋਏ ਬਹੁਤ ਵਿਕਾਰਾ। ਏਤੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹੇ ਵਿਚਾਰਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਕੀ ਕੁਝ ਛੱਡੋਗੇ ਫਿਰ ਤੁਸੀਂ? ਪਾਣੀ ਤੋਂ ਬਣਿਆ ਸਾਰਾ ਕੁਝ ਹੀ ਛੱਡ ਦਿਓ, ਫੇਰ ਹੀ ਸੰਨਿਆਸੀ ਬਣੋਗੇ ਅਸਲੀ ਜੀ। ਇਹੀ ਗੱਲ ਹੈ। ਤਾਂ ਜਦ ਉਹਨਾਂ ਨੇ ਰੌਲਾ ਪਾਇਆ, ਹਰਿਦੁਆਰ ਬਾਬਾ ਜੀ ਗਏ ਸੀ, ਕੀ ਕਹਿੰਦੇ ਸੀ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਰੌਲਾ ਪਾਤਾ, ਉਹ ਬਾਬੇ ਨੇ ਮਾਸ ਧਰਤਾ ਤੌੜੇ 'ਚ, ਤੀਰਥ ਭਿੱਟਤਾ ਆਪਣਾ। ਜੇ ਸਾਬਣ ਹੀ ਗੰਦੀ ਹੋ ਗਈ ਤੇ ਫਿਰ ਸਾਬਣ ਨੂੰ ਧੋਣ ਵਾਸਤੇ ਇੱਕ ਹੋਰ ਸਾਬਣ ਲੈ ਕੇ ਆਓ। ਕਹੋ ਸਤਨਾਮ ਸ੍ਰੀ। ਪਰ ਕਦੇ ਸਾਬਣ ਗੰਦੀ ਨਹੀਂ ਹੋਈ ਆਪਣੀ। ਇਸੇ ਤਰ੍ਹਾਂ ਜਿਵੇਂ ਸਾਬਣ ਕਦੇ ਗੰਦੀ ਨਹੀਂ ਹੁੰਦੀ, ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਕਦੇ ਗੰਦਾ ਨਹੀਂ ਹੁੰਦਾਗਾ। ਉਹ ਤਾਂ ਸਾਨੂੰ ਪਵਿੱਤਰ ਕਰਨ ਵਾਲਾ ਹੈ। ਪਰ ਧਰਮ ਦੇ ਮੁਖੀ ਇਹਨਾਂ ਬ੍ਰਾਹਮਣਾਂ ਨੇ, ਵਿਪਰਾਂ ਨੇ ਬੜਾ ਹੀ ਰੌਲਾ ਪਾ ਕੇ ਜਨਤਾ ਨੂੰ ਭੰਬਲ ਭੂਸੇ 'ਚ ਪਾਇਆ ਹੋਇਆ ਸੀਗਾ।
ਉਹ ਭੰਬਲ ਭੂਸੇ ਕੱਢਣ ਵਾਸਤੇ ਸਤਿਗੁਰਾਂ ਨੂੰ ਬੜਾ ਕੁਝ ਕਰਨਾ ਪਿਆ। ਫਿਰ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੈ, ਕਿਸਮੈ ਪਾਪ ਸਮਾਣੇ, ਪਾਂਡੇ ਤੂੰ ਜਾਣੇ ਹੀ ਨਾਹੀ, ਕਿੱਥੋਂ ਮਾਸ ਉਪੰਨਾ। ਇਹ ਸਭ ਕੁਝ ਪਾਣੀ ਤੋਂ ਪੈਦਾ ਹੋਇਆ। ਪਹਿਲਾ ਮਾਸੋ ਨਿਮਿਆ, ਮਾਸੈ ਅੰਦਰ ਵਾਸ, ਮੂੰਹ ਮਾਸੇ ਕਾ ਜੀਵ ਮਾਸੈ ਕੀ, ਮਾਸੈ ਅੰਦਰ ਸਾਸ। ਵੱਡਾ ਹੋਆ ਵਿਆਹਿਆ, ਘਰ ਲੈ ਆਇਆ ਮਾਸ। ਬਾਬਾ ਜੀ ਨੇ ਬੜਾ ਖੋਲ ਕੇ ਉਹਨਾਂ ਦਾ ਗਿਆਨ ਦਿੱਤਾ ਉਹਨਾਂ ਨੂੰ। ਕਹੇ ਦੱਸੋ ਕਿੱਥੇ ਮਾਸ ਤੋਂ ਬਚੇ ਹੋ? ਗਾਂ ਦਾ ਮੱਝ ਦਾ ਦੁੱਧ ਪੀਨੇ ਉਹ ਵੀ ਉਹਦਾ ਮਾਸ ਹੈ ਤਰਲ, ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਅਖੀਰ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਲੇ ਅਸੀਂ ਤਾਂ ਖੀਰ ਧਰੀ ਹੈ। ਮਾਰ ਕੇ ਨਾ ਤੌੜੀ ਦੇ ਵਿੱਚ ਕੜਛੀ, ਬਾਬਾ ਜੀ ਕਹਿੰਦੇ ਇਸ ਤਾਂ ਖੀਰ ਧਰੀ ਹੈ, ਬੈਠੋ ਸਾਰੇ ਖਾਓ। ਕਹਿੰਦੇ ਉਹਨਾਂ ਬ੍ਰਾਹਮਣਾਂ ਨੂੰ ਸਾਰਿਆਂ ਨੂੰ ਉਹ ਖਵਾ ਦਿੱਤੀ ਗਈ, ਕਹੋ ਸਤਨਾਮ ਸੀ। ਤੇ ਉਸ ਰਾਜਕੁਮਾਰ ਦਾ ਕਾਰਜ ਰਾਸ ਹੋ ਗਿਆ। ਉਹਨੇ ਲੰਗਰ ਚਲਾਇਆ ਸੀਗਾ, ਜਨਤਾ ਨੂੰ ਖੀਰ ਖਵਾਤੀ ਔਰ ਗੁਰੂ ਪਿਆਰਿਓ ਉਹਨੂੰ ਰਾਜ ਦੁਬਾਰੇ ਦਿਵਾ ਦਿੱਤਾ। ਤੋ ਕਹਿਣ ਤੋਂ ਭਾਵ ਹੈ ਕਿ ਸਭ ਕੁਝ ਪਾਣੀ ਤੋਂ ਬਣਦਾ ਤੇ ਅਸੀਂ ਪਾਣੀ ਹੀ ਖਾਂਦੇ ਹਾਂ। ਪਾਣੀ ਤੋਂ ਹੀ ਸਾਡੇ ਸਾਗ ਸਬਜ਼ੀਆਂ ਬਣਦੀਆਂ, ਪਾਣੀ ਤੋਂ ਹੀ ਅਨਾਜ ਪੈਦਾ ਹੁੰਦੇ ਹੈ। ਮਨੁੱਖ ਵੀ ਪਾਣੀ ਤੋਂ ਬਣਿਆ ਹੈ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਫਿਰ ਕਹਿੰਦੇ ਜੀ ਇਹਦੀ ਮਾਤਾ ਕੌਣ ਹੈ? ਇਹ ਜੀਵ ਦੀ ਮਾਤਾ ਜਿਹੜੀ ਇਹ ਕਿਹੜੀ ਹੈ? ਕਹਿੰਦੇ ਇਹ ਧਰਤੀ। ਇਹ ਵੱਡੀ ਮਾਂ ਹੈ, ਇੱਕ ਛੋਟੀ ਮਾਂ। ਘਰਾਂ ਦੇ ਵਿੱਚ ਨਾ ਅੱਜ ਕੱਲ੍ਹ ਇੱਕ ਚਲਨ ਚੱਲਿਆ ਜਵਾਕਾਂ ਦਾ, ਉਹ ਜੇ ਤਾਈ ਹੋਵੇ ਜਾਂ ਦਾਦੀ ਹੋਵੇ ਤਾਂ ਉਹਨੂੰ ਵੱਡੀ ਮਾਂ ਕਹਿ ਦਿੰਦੇ ਆ, ਆਪਦੀ ਮਾਂ ਨੂੰ ਛੋਟੀ ਮਾਂ ਕਹਿ ਦਿੰਦੇ ਆ। ਕਹੋ ਸਤਨਾਮ ਸੀ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਵੱਡੀ ਮਾਂ ਹੈ ਧਰਤੀ, ਜਿਹੜੀ ਉਹ ਮਾਂ ਜਿਸ ਨੇ ਸਾਨੂੰ ਜਨਮ ਦਿੱਤਾ। ਉਹ ਬੱਚੇ ਨੂੰ ਕੇਵਲ 9 ਮਹੀਨੇ ਤੋਂ 10 ਮਹੀਨਿਆਂ ਦੇ ਵਿੱਚ ਆਪਣੇ ਪੇਟ 'ਚ ਰੱਖ ਸਕਦੀ ਹੈ, ਲੇਕਿਨ ਫਿਰ ਜਨਮ ਲੈ ਕੇ ਇਸ ਧਰਤੀ ਮਾਂ ਦੇ ਉੱਤੇ ਵਿਚਰਦਾ ਮਨੁੱਖ। ਬਚਪਨ ਦੇ ਵਿੱਚ ਤਾਂ ਬੱਚੇ ਦਾ ਗੰਦਮੰਦ ਮਾਂ ਝੱਲ ਜਾਂਦੀ ਹੈ, ਪਰ ਜਦ ਬੱਚਾ ਜਵਾਨ ਹੁੰਦਾ ਫਿਰ ਮਾਂ ਨਹੀਂ ਝੱਲਦੀ, ਫਿਰ ਕੁੱਟਦੀ ਹੈ। ਥੋੜ੍ਹਾ ਵੱਡਾ ਸਿਆਣਾ ਹੋ ਜੇ, ਇਹ ਕੀ ਕੀਤਾ? ਕੱਪੜੇ ਗੰਦੇ ਕਰਤੇ। ਪਰ ਆਹ ਮਾਂ ਧਰਤੀ ਹੈ ਜਿਹੜੀ ਇਹ ਅਖੀਰ ਤੱਕ ਇਹਨੂੰ ਝੱਲਦੀ ਹੈ। ਕਹੋ ਸਤਨਾਮ ਸੀ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਇਸ ਕਰਕੇ ਇਹ ਮਾਤਾ ਜਿਹੜੀ ਹੈ ਧਰਤੀ, ਇਹ ਸਾਡੀ ਵੱਡੀ ਮਾਤਾ ਹੈ। ਪਾਣੀ ਪਿਤਾ ਹੈ, ਪਾਣੀ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਤੇ ਮਾਂ ਇਹਨੂੰ ਸੰਭਾਲਦੀ ਹੈ। ਸਭ ਤੋਂ ਪਹਿਲਾਂ ਜਿਹੜਾ ਜੀਵ ਪੈਦਾ ਹੋਇਆ ਉਹ ਪਾਣੀ ਪੈਦਾ ਹੋਇਆ। ਭਾਵ ਜਿਵੇਂ ਸਾਥੋਂ ਪਹਿਲਾਂ ਸਾਡਾ ਪਿਓ ਪੈਦਾ ਹੋਇਆ, ਪਿਓ ਦੇ ਪੈਦਾ ਹੋਣ ਤੋਂ ਪਹਿਲਾਂ ਉਹਦਾ ਪਿਓ ਪੈਦਾ ਹੋਇਆ, ਉਹ ਤੋਂ ਪਹਿਲਾਂ ਉਹਦਾ ਪਿਓ ਪੈਦਾ ਹੋਇਆ। ਤੁਰੇ ਜਾਓ ਪਿੱਛੇ, ਸਭ ਤੋਂ ਪਹਿਲਾਂ ਪਾਣੀ ਪੈਦਾ ਹੋਇਆ। ਕਹੋ ਸਤਨਾਮ ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ। ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਸ ਪਾਣੀ ਤੋਂ ਅਕਾਲ ਪੁਰਖ ਨੇ ਤਿੰਨੇ ਲੋਕ ਸਾਜੇ, ਸਾਰਿਆਂ ਵਿੱਚ ਆਪਣੀ ਜੋਤ ਰੱਖ ਦਿੱਤੀ। ਮਾਤਾ ਧਰਤ ਮਹਤ, ਇਹ ਧਰਤੀ ਜਿਹੜੀ ਹੈ ਇਹ ਵੱਡੀ ਮਾਂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਕਿਵੇਂ ਵੱਡੀ ਮਾਂ ਹੈ? ਜਿਸ ਤਰ੍ਹਾਂ ਉਹ ਮਾਂ ਛੋਟੀ ਜਿਸ ਤੋਂ ਜਨਮ ਲਿਆ, ਹੁਣ ਉਸ ਨੂੰ ਛੋਟੀ ਮਾਂ ਕਹਿ ਦਿਓ। ਧਰਤੀ ਵੱਡੀ ਮਾਂ ਹੈ। ਉਹ ਮਾਂ ਸਾਨੂੰ ਕੁਝ ਸਮੇਂ ਤੱਕ ਸੰਭਾਲ ਸਕਦੀ ਹੈ, ਪਰ ਇਹ ਮਾਂ ਸਾਨੂੰ ਮਰਨ ਤੋਂ ਬਾਅਦ ਵੀ ਸੰਭਾਲਦੀ ਹੈ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਜਿਉਂਦੇ ਨੂੰ ਆਪਣੇ ਉੱਪਰ ਖੜਾਉਂਦੀ ਹੈ ਤੇ ਮਰਨ ਤੋਂ ਬਾਅਦ ਸਾਡੀ ਦੇਹੀ ਨੂੰ, ਸਾਡੇ ਸਰੀਰ ਨੂੰ ਆਪਣੇ ਵਿੱਚ ਸਮਾ ਲੈਂਦੀ ਆ। ਕਹੋ ਸਤਨਾਮ ਸੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਪਵਨ ਗੁਰੂ ਪਾਣੀ ਪਿਤਾ ਦੀ ਗੱਲ ਕਰਦੇ ਹੈ, ਉੱਥੇ ਨਾਲ ਇਹ ਵੀ ਤਾਂ ਕਹਿੰਦੇ ਹੈ ਕਿ ਜਿੰਨਾ ਸਤਿਕਾਰ ਗੁਰੂ ਦਾ ਕਰਦੇ ਹੋ, ਇੰਨਾ ਪਵਨ ਦਾ ਤੇ ਪਾਣੀ ਦਾ ਵੀ ਕਰੋ। ਕਹੋ ਸਤਨਾਮ ਸੀ। ਮਨੁੱਖ ਨੇ ਕੀ ਕੀਤਾ? ਨਦੀਆਂ ਨਾਲੇ ਗੰਦੇ ਕਰਤੇ, ਫੈਕਟਰੀਆਂ ਦਾ ਪਾਣੀ ਛੱਡਤਾ ਵਿੱਚ, ਗੰਦਮੰਦ ਘੋਲਤਾ ਨਦੀਆਂ ਨਾਲਿਆਂ ਦੇ ਵਿੱਚ।
और हवा दे विच प्रदूषण फैला दिता इतना गंदा। फिर उहदे विचों मनुख नूं उहदा फल मिलिया। अनेकां तरह दीयां बिमारियां प्रदूषण तो ही पैदा हुंदियां ना। असीं अपने घर दे विच गंद नहीं पैण दिंदे, डरदे बिमारियां तो, पर मनुख ने वड्डे थां ते वड्डी धरती ते वड्डी मां धरती ते गंद पा दिता। जद फिर इस कुदरत ने मनुख नूं इहदा फल दिता वापस। करोना, कैंसर, कोढ़ वर्गियां बिमारियां समय समय ते पैदा हुंदियां जिहड़ियां। किसी वेले कोढ़ भी इदां ही सीगा, इहदा इलाज नहीं सीगा। लोग इहनूं छूट छाट दी बीमारी समझ के अपने घर दे मरीजां नूं खेतां विच छड्ड आउंदे सीगे। हत्थ नहीं सी लाउंदा कोई, क्योंकि गांह दी गांह हो जांदा सीगा। धन गुरु नानक देव जी महाराज यात्रा दौरान गए एक नगर दे विच। मरदाने नूं कहंदे, मरदानिया ए बाई नूं पुछ, घर वाले नूं, दुकान वाले नूं, भी तेरे बार च रात कट लीए। ऊँ तो खुद मालिक है, पर एक देखण दा ढंग है, समझाउण दा ढंग है सतगुर दा। मरदाना दुकानदार नूं कहंदा, भाई तेरे थड़े ते बैठ के असीं अज रात कटनी आ। कहंदा ना ना बाबा गांह जाओ, साडे बार च नहीं बहना। कई बार दुकानदारां नूं वेखदे आपां, जे कोई बार च 2 मिनट रेहड़ी वाला खड़ जे ना, गांह कर साडे बार च नहीं खड़ाउणी। इदां दे लोक भी हुंदे आ। गल मुकाओ कि उस पिंड विच बाबे नानक जी नूं किसी ने रोकण ना दिता ते धन गुरु नानक देव जी उस पिंड चों बाहर निकले, खेतां वल आ गए। खेतां वल आए तो खेतां दे विच झोंपड़ी बनी हुई आ। ते भाई मरदाना जी नूं कहंदे भी ऐ कर, झोंपड़ी विच वेख के कोई हैगा, जे होया तो पुछ के आई भी तेरे कोले रात कट लीए। जद मरदाना वो झोंपड़ी वाले कोल गया ना, तो की वेखदा विच कोढ़ी बैठा एक, जिहदे कोले मिट्टी दे भांडे कौले आदि धरे हुए ने। बिलक रहा, दुखी है, जख्म है शरीर दे उत्ते। मरदाना कहना, भाई असी तेरे कोले रात कटनी सी। कहना मेरे कोल तां पशु नहीं खड़दे, जद मैं चीका मारदा रोंदा तो वो भी भज जाते हैं। बिलक दे कोले पंछी नहीं खड़दे, तुसी मेरे को रात किवें कटोगे? कहंदे असीं कट लांगे, बस तू आग्ञा दे दे, इत्थे बह जाइए असीं। कहंदे भी मैनू की है, बह जाओ। बाबा नानक जी आके वो झोंपड़ी दे कोल बार च बैठ गए। असल विच अज दा चंगा समा आ गया सी कोढ़ी दा। बाबे नानक जी ने मरदाने नूं कहा, मरदानिया रबाब बजा। भाई मरदाना जी ने रबाब बजाउणी शुरू की ते सतगुरां ने शब्द उचारण किया, जै तन बाणी विसर जाए, ज्यों पक्का रोगी बिल लाए। कहंदे जदों परमेश्वर नूं विसार दिंदा मनुख, कुदरत नूं विसार दिंदा, कुदरत नाल खिलवाड़ करदा, कुदरत दे उल्ट चलदा है। इन्ना नहीं विसर जाना भी आपां कदे बाणी पढ़ी नहीं। विसरन का मतलब उस परमेश्वर ने जिस काम लिए भेजा, जदों उन्हां कामां नूं इह उल्ट करन लग पिया। कहो सतनाम श्री। जै तन बाणी विसर जाए, जो पक्का रोगी बिल लाए। उन्हां वेलियां विच पक्का रोगी सी कोढ़ी, ते अज पक्का रोगी हो गया करोना वाला, जिन्हों के बीमारी आउंदी है और नाल ही लै जांदी है, हजे इलाज कोई नहीं बनिया उहदा। कहो सतनाम श्री। और अज भी सारे देशों दी सरकारां ने इंतजाम तो बहुत किए, पर इको इंतजाम नहीं किया, उस परमेश्वर के अगे बेनती नहीं की हाले तक। कहो सतनाम श्री भी इहदा कोई इंतजाम करो, क्योंकि सारे अपनी पूरी वाह लाउण ते लगे हुए हैं। पर पातशाह कहंदे ये बीमारियां दा कंट्रोल तां होऊगा जे उहनूं याद करोगे। वैदा संदा संग इकट्ठा होया, औखद आए रास बिच आप खलोया। दवाई तां लगूगी जदों परमेश्वर याद आऊगा, नाले मरीज दे ते नाले डॉक्टर दे, दोनों दे। कहो सतनाम श्री। ते बड़ी वाह लगी हुई है, पर हजे तक उस पासे ध्यान नहीं गया संसार का भी उस परमेश्वर के अगे अरदास करिए। बल्कि धार्मिक स्थानों नूं ठीक है सानूं डिस्टेंस भी रखना चाहिए, क्योंकि बीमारी छूट छाट दी है, पर बाणी नाल भी जुड़े रहना चाहिए। बाणी तो बगैर उधार नहीं होना, साडा मुक्ति नहीं होनी, ये बीमारी हटनी नहीं। वो कोढ़ छूत दा रोग, जिस कोढ़ी नूं घर दे ओदे उन्हां भांडियां विच ही बिना धोतियां रोटी पानी पा जांदे सी घरों आके, और उहनूं नेड़े नहीं सी लाउंदे। जिस वेले बाबे नानक जी ने शब्द उचारिया ना,
जियो तपत है बारो बार, तप तप खपे बहुत बेकार। ये शरीर जिहड़ा तपदा है, दुखी हुंदा है, क्यों? क्योंकि जै तन बाणी विसर जाए, ज्यों पक्का रोगी बिल लाए। तो ये शब्द उचारिया पातशाह जी ने 15 10 12 मिनट उचारिया। मरदाना जी रबाब बजाते रहे, पातशाह बाणी गाते रहे। कहते जदों ये शब्द उचारिया ना, उस वेले उस रोगी नूं, उस कोढ़ी नूं दर्द भुल गया। कहते दर्द हट गया, उसका दर्द होना बंद हो गया, शांति बड़ी आई। इउं लगिया जिवें फोड़े हुंदे ही नहीं। ते बाबा जी ने करके कीर्तन ते बंद करता। वो कोढ़ी कहना महाराज बंद क्यों करता, इनू चलाओ। कहने क्यों, की गल बई? कहना जी तुसी की गाया, इहदे नाल मैनू बड़ी शांति आई सी। कहने पहला जवानी च नहीं कदे सुनिया। कहने ना महाराज। क्यों? क्योंकि ये कोढ़ी अमीर घर दा पुत्र सीगा, शराबां पींदा सी, मांस खांदा सी, जिन्हां दे कारण इहनूं इह कोढ़ होया सी। कोई सतनाम सी। आ शराब दे टैके तां खोल दिते भी शराब तां लो, होर मरो बीमार हो के पी पी के। पर आ पासा जिहड़ा है इधर ध्यान कोई नहीं दे रहा। कोई सतनाम सी। ओ कोढ़ी ने भी शराब पीती सी, अमीर घर दा बच्चा सीगा, सारे पुट्ठे सीधे काम A to Z कीते सी, जिन्हां तो ओहदे अंदर कोढ़ पैदा होया सीगा। ते उस कोढ़ नूं रोकिया ते बाबे दी बाणी ने रोकिया। उस वेले ओहदा नाम है प्रेमा कोढ़ी। गुरु प्यारिओ, ओ कोढ़ी जिस वेले ਉਹਨੂੰ आराम जा आउण लग्या ते पातशाह ने बंद करता शब्द। कहना जी गाओ। कहने किवें, की होया? कहने जी मैनू शांति आ गई सी कुछ गाउण दे नाल। तुसीं की गाया? कहने परमेश्वर दा नाम है ये सिखा, महाराज किरपा करो। सतगुर ने किरपा की, वो कोढ़ी ठीक कर दिता। अज भी बाणी की ताकत हैगी है, साडे अंदर उन्नी शरधा भावना होनी चाहिए है बाणी के प्रति। बिमार दे विच भी ते वैद दे विच भी। वैदा संदा संग इकट्ठा होया, औखद आए रास विच आप खलोया। तो गुरु प्यारिओ, मैं बेनती करदा कि इस तरह जिस वेले सतगुरां ने ये शब्द उचारे और रोगी ठीक हो गया। पवन गुरु पानी पिता गल कर रहे सी, माता धरत महत। ये साडी धरती जिहड़ी है वड्डी मां है। असी इन्हां तिन्नां चीज़ां नूं खराब करता। जिथे असी रहना सी धरती भी खराब करती। धरती दे विच असी मोरे कर करके सीवरां दा गंदा पानी सिट दिता और हवा दे विच प्रदूषण फैलाता। ते पानी नदियां दे विच भी असी जिहड़ा सीगा फैक्ट्रियां दा गंदा तेजाबां वाला पानी, सड़ियाण वाला पानी उहदे विच छड्ड के अपने फिक्र तो निश्चिंत हो गए। पर सतगुरु पातशाह जिथे श्लोक लिखते न उत्थे नाल ये भी लिखते हैं, सिखा ये तेरा असल विच उसे तरह ही है जिमें माँ प्यो है, जिमें गुरु है, उवें इन्हां दी संभाल कर। जदों नहीं मनुख ने कीती ते फिर परमेश्वर नूं करनी पई। ते जदों ये प्रदूषण जा रोकिया ना, संसार दीयां गड्डियां बंद कीतियां, ये परमेश्वर ने कीतियां। बंदा कौन है करन वाला? बंदे दे आखे कौन बंद करदा? ये परमेश्वर ने कराइयां। जद गड्डियां बंद होईयां, प्रदूषण खत्म होया, मनुख रुकिया, फैक्ट्रियां बंद होईयां, नदियां नाले साफ होने शुरू हो गए। क्योंकि पिछों चंगा पानी तो पहाड़ों तो आ ही रहा है, उन्हां विच फैक्ट्रियां का गंदा पानी जाना बंद हो गया, वह भी साफ हो गई। कुदरत खुश होई आ। मनुख नूं भावें अंदर बंद किया, परमेश्वर कुछ भी कर सकता है। हरन भरन जाका नेत्र फोड़, इसका मंत्र ना जाने होर। ओ चाहे तो गुरु प्यारे हो की कर सकता है? निकी कीड़ी मह कल राखे। निके जे कीड़े विच अपनी शक्ति रख देवे, भस्म करे लश्कर कोट लख है, ते लखां दी गिनती विच भी फौजां दा लश्कर सवाह कर सकदी है वो कीड़ी। ते मेरा ख्याल है करोना कीड़ी तो भी बरीक है, दिसदा नहीं हैगा, प्रवेश कर जाता मनुख तो मनुख दे विच। को सतनाम श्री एक दूजे में चलिया जाता, कीड़ी तो भी बरीक है। तो साढ़े सामने है हिस्टरी अज कि 3 लाख लोग मर चुके हैं ये नाल। को सतनाम श्री। ये देखो परमेश्वर की खेड़ है भी, कहने उहदे हुक्म तो बिना पत्ता भी नहीं झूलता।
पर जदों मनुख जिहड़ा परमेश्वर का लाडला पुत्र सी, कई बारी लाडले ज़्यादा बिगड़ते आ। 84 लाख जून परमेश्वर के हुक्म अंदर है, पर मनुख उहदे हुक्म तो बाहर चल रहा है। इस करके जदों इसने बिगाड़ पैदा किया तो परमेश्वर ने फिर कहा बंदा वो है जिहड़ा बंदगी करे। इन्हें बंदगी छड्ड के नशे खाने, शराबां पीणियां, आ पीणियां ते ओ नशे होर नौजवान जवाकां नूं बर्बाद करने वास्ते बेचने, आपदा खजाना भरन वास्ते, आपदियां कोठियां भरन वास्ते। कोई सतनाम श्री तो फिर परमेश्वर डंडा चलदा, फिर मनुख रोंदा है। फिर ये तो कर्मां दा फल है, मनुख नूं भोगना ही पैना है। एक होर गल थोड़ी याद आ गई, फिर आपां समाप्ति वाल भी हुन्ने आ। कहंदे भाई मरदाना ते कुछ साधुआं दा जथा बाबे नानक जी दे नाल है, घुमदे घुमाउंदे एमनाबाद आ गए। जदों सतगुरु द्वारा 5 दिन एमनाबाद चढ़े, उदों की गल है। पठाना दे घरां विच विआह चल रहे है, शराबां दे दौर चल रहे न, नशे विच मस्त है, किसी नूं रब चेते नहीं। वो साधुआं दा जथा जिहड़ा बाबे नानक दे नाल सीगा, कहन लगे बाबा जी प्रशादे की भुख लगी है, किवें करिए। धन गुरु नानक देव जी कहने मरदाने आए करो भाई, नाल 2 साधु लै जाओ तो डाली लियाओ पिंड दे विचों। कहन लगे जी ठीक आ। वो 2-3 जने डाली लैण वास्ते गए तो एक पठाना दे घरे जिथे विआह चल रहा सी, मिठाइयां बन रही सीगियां, लंगर पक रहा सीगा। जे इन्ने पकदे लंगर चों 10-20 प्रशादे चक के फड़ाण दे चंगा ही सीगा, पर नहीं फड़ाए। जद इन्हां ने डाली मंगी, एक शराबी पठान ने आके मरदाने नूं धक्का मारिया। जब धक्का मारिया उहदे सट बजी, लहू निकलिया। प्रशादे कहने असीं वापस आ गए। बाबा कहंदे लिआंदे? कहंदे जी कित्थे लिआंदे? तुहाडे सेवक नूं एक पठान शराबी ने धक्का मारिया, खून कढ़ दिता, देखो कूहणियां ते सट बज गई। कहंदे अच्छा। सतगुरु पातशाह जी ने ध्यान जोड़िया, फिर बचन उचारिया, इहो जे लोकां दा फिर यही हल हुंदा है। जैसी में आवे खसम की बाणी, तैसरा करी ज्ञान वे लालो। पाप की जंज लै कावलों धाया, जोरी मंगै दान वे लालो। काजियां बामना की गल थकी, अगत पढ़े शैतान वे लालो। मुसलमानियां पढ़े कतेबा, कष्ट में करे खुदाए वे लालो। अज कष्ट विच आके सारे कहंदे आ रब्बा बचा सानू, बचा। पर जे कीते हुए कर्मां दे फल भी तो देने आ ना। तो गुरु प्यारे उस वेले उन्हां दे कोल एक ब्राह्मण ते भाई लालो भी बैठे सीगे। वो ब्राह्मण नूं बाबे नानक दे बचनां दी कुछ समझ आई। वो कहंदा महाराज कैसा भयानक वचन उचारिया है, किरपा करो। कहंदे ये तो इदां ही होनी आ जिवें कहा। कहंदे महाराज सानू तो बचाओ, लंगर मैं लिया देना साधुआं नूं। कहने जी तुसी बचना है तो राते रात शहर नूं छड्ड के निकल जाओ, 4 को दूर छुक्की छपड़ी है, उत्थे जाके रुक जाओ। ये काम तो अज ही हो जाना है। ये प्यार दे नाल दान मंगिया सीगा, प्यार दे नाल। जो बाबे के दाम न दे है तो बाबर के गह ले हैं। प्यार दे नाल दान मंगिया सी मरदाने ने रोटी लंगर छकण वास्ते। वो दिता नहीं, धक्के मारे। हुण धक्के दे नाल खो के ले जाऊगा इन्हां दे कोलों। ते फिर बाबर आया राते रात चढ़ के, ते उस वेले वो ब्राह्मण ते भाई लालो प्रशादा छका के अपने परिवार नूं लैके एमनाबाद चों निकल के दूर चले गए 4 को। ते रात नूं फिर हमला होया। फिर पातशाह भी उन्हां दे विच कैद हो गए। कैदियां दे विच बाबा नानक विचे बैठा सी, विचे उहनूं कैद करके लै गए। चक्कियां दित्तियां, कहंदे इत्थे आटा पीसो साडे वास्ते। कैदियां तो आटा पसाउणा शुरू किया। बाबे नानक ने चक्की दे विच दाने पाउणे शुरू किए। चक्की घूमण लगी, ऐसी करामात दा गोला मारिया। सिपाहियां नूं पता लग्या भी ये तां कोई साधु है यार, रब दा प्यारा। तां गलती हो गई, किते सानूं सराफ ना दे दे। उन्होंने बाबर नूं सद्दिया, बाबर ने माफ़ी मंगी। बाबा जी कहंदे इन्हां ने की बिगाड़िया सी तेरा, तू इन्हां ते हमला कीता, इन्हां ने कुੱਟਮਾਰ कीती, तैनूं तरस नहीं आया, दया नहीं आई। तां इस तरह गुरु प्यारिओ उस बाबर तो फिर उन्होंने छड़ाया वापस। उन्हों का लुटिया समान भी दबाया, क्योंकि सिपाहियों ने लोगों ने घर भी लुट लिया सन। सारा सोना चांदी पैसा उत्थे ढेर लाता, तो लोग आपो अपना सियाण के लै गए। तो फिर बाबा जी ने दूजा शब्द उचारिया सूही राग दे विच,
जिन सिर सोहन पट्टियां मांगी पाए संधूर, वो बीबियां जिहड़ियां कल विआह दे विच बड़े केस पट्टियां बाहियां होईयां सी, संधूर पाया होया सी। सेस काती मुनियन गल विच आवे धूड़, महला अंदर होंदियां हुण बहन ना मिले हदूर। आदेश बाबा आदेश, आद पुरख तेरा अंत न पाया, कर कर देखा वेस। अज भी दुनिया कहती है ना वाਕਿਆ रब हैगा यार। नीकी कीड़ी मैं कल राखै, भस्म करे लश्कर कोट लाखै। वो कुछ भी कर सकता है। तां ते मनुख नूं जे पवन गुरु पानी पिता माता धरत महत दा स्नेहा दिता है, ਇਹਦਾ मतलब इन्हां दी संभाल करो उवें जिवें गुरु नूं सत्कार दिंदे हो, माँ प्यो नूं दिंदे हो। कहो सतनाम श्री। खैर रहिंदे श्लोक दी शब्द दी विचार आपां कल नूं सरवण करांगे। अगे शब्द आउंदा है दिवस रात दोए दाई दाया। इहदे बारे की कहंदे आ गुरु नानक देव जी महाराज सिद्धां नूं, ये विचार चर्चा कल दे दवाना सरवण करांगे। गुरु किरपा करन सानूं अकल आ जावे, नहीं तां फिर आ जी करोना की भयानक बीमारी चली है, देखो हजे इहनूं रोक टोक नहीं हुई, कोई रुकी नहीं है, हजे हौली है, चल रही है। बाहरले देशों में बड़ी तेजी नाल चल रही है। पर इहदा कारण इक्को ही है कि मनुख कुदरत दे नाल खिलवाड़ करन लग पिया, उहदे विचों ही इहदा फल इहनूं प्राप्त हो रहा है। ते जिद ने सुधर गया तो उहदे यही कुदरत इहनूं प्यार दीआं वस्तुआं भी देवेगी। इत्थे रोकण दी आग्या बख्शो। बोलदिआं नेकां अखर बाद घाट हो जांदे। सिख संगतां दे सतगुरु बख्शण योग है, बख्श लैना जी। समाप्ति करिए। बुलाओ फतेह पाओ फतेह। वाहिगुरू जी का खालसा वाहिगुरू जी की फतेह।